ਹਥਿਆਰ ਰੱਖ ਕੇ ਅੱਗੇ ਪ੍ਰੋਗਰਾਮ ਕੀ ਹੈ? ਤੁਸੀਂ ਕੋਈ ਸਿੱਖਾਂ ਨੂੰ ਰੈਡੀ ਕਰ ਰਹੇ ਹੋ, ਤਿਆਰ ਕਰ ਰਹੇ ਹੋ, ਸੁਚੇਤ ਕਰ ਰਹੇ ਹੋ ਤੇ ਕਿਸ ਸਮੱਸਿਆ ਤੋਂ ਕਰ ਰਹੇ ਹੋ ਤੇ ਤੁਹਾਡਾ ਪ੍ਰੋਗਰਾਮ ਕੀ ਹੈ? ਤੁਸੀਂ ਕੀ ਪ੍ਰੋਗਰਾਮ ਦੇਣ ਵਾਲੇ ਹੋ ਜਾਂ ਦੇ ਰਹੇ ਹੋ ਜਿਹਦੇ ਨਾਲ ਸਿੱਖ ਆਪਣੇ ਆਪ ਨੂੰ ਸੁਚੇਤ ਕਰਕੇ ਹਥਿਆਰ ਰੱਖ ਕੇ ਤੇ ਤਿਆਰ ਰਹੇ? ਤੁਹਾਡੀਆਂ ਲੱਤਾਂ 'ਚ ਦਮ ਨਹੀਂ, ਤੁਸੀਂ ਕੋਈ ਪ੍ਰੋਗਰਾਮ ਲਿਖਿਆ ਹੀ ਨਹੀਂ, ਤੁਹਾਡਾ ਕੋਈ ਪ੍ਰੋਗਰਾਮ ਹੈ ਹੀ ਨਹੀਂ ਤੇ ਤੁਸੀਂ ਸਿੱਖਾਂ ਨੂੰ ਕਹਿ ਰਹੇ ਹੋ ਹਥਿਆਰਬੰਦ ਹੋ ਜਾਓ। ਇਹਦੇ ਅਰਥ ਜਿਹੜੇ ਨੇ ਨਾ ਉਹ ਸਾਨੂੰ ਮਾਰ ਪਾਉਣ ਤੋਂ ਜ਼ਿਆਦਾ ਕੋਈ ਮਾਇਨੇ ਨਹੀਂ ਕਰਦੇ ਸਾਡੇ ਲਈ। ਸ਼ਸਤਰ ਰੱਖਣਾ ਜ਼ਰੂਰੀ ਹੈ, ਸ਼ਸਤਰ ਪਰ ਜੇ ਲਾਇਸੈਂਸ ਲੈ ਕੇ ਵੀ ਸ਼ਸਤਰ ਰੱਖਣਾ ਹੈ ਤਾਂ ਇਹਦਾ ਮਤਲਬ ਕਿ ਬੰਦਾ ਆਪਣੇ ਕਾਬੂ 'ਚ ਹੀ ਨਹੀਂ ਹੈਗਾ ਤਾਂ ਉਹਨੂੰ ਲਾਇਸੈਂਸ ਲੈਣਾ ਪੈ ਰਿਹਾ। ਸ਼ਸਤਰ ਦੀ ਮਹੱਤਤਾ ਸਮਝਣੀ ਜ਼ਰੂਰੀ ਹੈ। ਸ਼ਸਤਰ ਦੀ ਮਹੱਤਤਾ ਤੇ ਇੱਕ ਘੱਟੋ ਘੱਟ ਉਹਦੀ ਸਟੱਡੀ। ਪਹਿਲੀ ਗੱਲ ਤੇ ਇਹ ਹੈ ਕਿ ਇਹ ਬੜੇ ਬੌਣੇ ਤੇ ਛੋਟੇ ਕੱਦ ਦੇ ਬੰਦੇ ਨੇ ਜਿਹਨਾਂ ਨੂੰ ਇੰਨੇ ਮਹੱਤਵਪੂਰਨ ਅਹੁਦਿਆਂ ਤੇ ਬਿਠਾਇਆ ਹੋਇਆ। ਨਾ ਤੇ ਮੁਕੰਮਲ ਗ੍ਰੰਥੀ ਨੇ, ਨਾ ਇਹ ਮੁਕੰਮਲ ਸਿੱਖ ਨੇ, ਇਹ ਤਮਾਸ਼ਾ ਜਿਹਾ ਬਣੇ ਹੋਏ ਨੇ। ਕਦੀ ਜੇ ਕੋਈ ਦੁੱਕੀ ਤਿੱਕੀ ਲੋਕ ਕਮੇਟੀ ਵੱਲ ਆ ਜਾਣ ਤੇ ਡਾਂਗਾ ਲੈ ਕੇ ਆ ਜਾਓ ਜੇ, ਇਹ ਕੋਈ ਐਲਾਨ ਨੇ? ਸਾਡੇ ਪ੍ਰਾਤਨ ਸਿੱਖਾਂ ਨੇ ਵੀ ਇਹ ਕਿਹਾ ਹੈ ਕਿ ਜਿਹੜਾ ਸ਼ਸਤਰ ਤੇ ਸ਼ਾਸਤਰ ਦਾ ਸਿਧਾਂਤ ਹੈ ਇਹ ਸਿੱਖ ਨੂੰ ਅਪਣਾਉਣਾ ਚਾਹੀਦਾ। ਕੀ ਇਸ ਗਿਆਨੀ ਨੇ ਆਪ ਅਪਣਾਇਆ? ਇਹਨੇ ਸ਼ਸਤਰ ਵਿੱਦਿਆ ਸਿੱਖੀ? ਸ਼ਸਤਰ ਵਿੱਦਿਆ ਪਿਸਤੌਲ ਦਾ ਲਾਇਸੈਂਸ ਲੈਣਾ ਨਹੀਂ। ਸ਼ਸਤਰ ਵਿੱਦਿਆ ਇੱਕ ਵਿੱਦਿਆ ਹੈ ਤੇ ਉਹਨੂੰ ਟਾਈਮ ਲੱਗਦਾ, ਉਹਨੂੰ ਸਾਲ ਲੱਗਦੇ ਨੇ ਹਾਸਲ ਕਰਨ ਲੱਗੇ। ਜਦੋਂ ਤੁਸੀਂ ਉਹ ਵਿੱਦਿਆ ਸਿੱਖ ਜਾਂਦੇ ਹੋ ਤੇ ਤੁਹਾਡੇ ਹੱਥ 'ਚ ਭਾਵੇਂ ਲਾਠੀ ਹੋਵੇ, ਭਾਵੇਂ ਤਲਵਾਰ ਹੋਵੇ, ਭਾਵੇਂ ਨੇਜਾ ਹੋਵੇ, ਭਾਵੇਂ ਪਿਸਟਲ ਹੋਵੇ, ਤੁਸੀਂ ਮੁਕੰਮਲ ਤੌਰ ਤੇ ਉਹਦੇ ਧਾਰਨੀ ਬਣ ਜਾਂਦੇ। ਹੋਰ ਆਪਾਂ ਭੁੱਲੇ ਨਹੀਂ ਹੁਣ ਤੱਕ, ਗੁਜਰਾਤ ਵੀ ਨਹੀਂ ਭੁੱਲੇ ਆਪਾਂ। ਤਾਂ ਕੀ ਲੱਗਦਾ ਨਹੀਂ ਕਿ ਘੱਟ ਗਿਣਤੀਆਂ ਨੂੰ ਆਪਣੀ ਸਵੈ ਰੱਖਿਆ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਹ ਨਹੀਂ ਕਿ ਕੁੰਡੀ ਮਾਰ ਕੇ ਸੌਂਗੇ ਤਾਂ ਤੁਸੀਂ ਸੁਰੰਗੇ ਤੋਂ ਰਾਤ ਪਤਾ ਨਹੀਂ ਕਿ ਸਵੇਰ ਉੱਠਦੇ ਨੂੰ ਕਿਹੜਾ ਨਵਾਂ ਕੁੰਡੀ ਮਾਰਨੀ ਹੋਰ ਗੱਲ ਆ। ਜਿਹੜੇ ਸਾਡੇ ਰਵਾਇਤੀ ਸ਼ਸਤਰ ਨੇ ਉਹਨਾਂ ਦੇ ਧਾਰਨੀ ਹੋਣਾ, ਉਹਨਾਂ ਦੀ ਸਿਖਲਾਈ ਲੈਣਾ ਹੋਰ ਗੱਲ ਆ। ਸਰੀਰ ਸਾਡਾ ਜਿਹੜਾ ਉਹ ਨਿਡਾਲ ਆ, ਕਮਜ਼ੋਰ ਆ, ਇਸ ਕਰਕੇ ਕਿਉਂਕਿ ਕੋਲ ਸ਼ਸਤਰ ਨਹੀਂ, ਸ਼ਸਤਰ ਦਾ ਅਭਿਆਸ ਨਹੀਂ। ਸ਼ਸਤਰ ਰੱਖ ਲਓ, ਅਭਿਆਸ ਨਾ ਹੋਵੇ। ਕਿਰਪਾਨ ਤੇ ਇਹਨਾਂ ਨੇ ਫੜੀ ਆਪਣੇ ਕੱਦ ਤੋਂ ਲੰਮੀ, ਲੇਕਿਨ ਫੜਨੀ ਨਹੀਂ ਆਉਂਦੀ। ਜਦੋਂ ਬੰਦਾ ਨਿਦਾਨ ਬੰਦਾ ਕਿਰਪਾਨ ਫੜਦਾ ਉਹ ਤੋਂ ਪਤਾ ਲੱਗ ਜਾਂਦਾ ਕਿ ਇਹਨੂੰ ਚਲਾਉਣੀ ਆਉਂਦੀ ਕਿ ਨਹੀਂ ਆਉਂਦੀ। ਸਾਡੀ ਕੌਮ ਜਿਹੜੀ ਆ ਪੰਜਾਬ 'ਚ ਮੇਰਾ ਖਿਆਲ ਗਿਣਤੀ ਘੱਟ ਰਹਿ ਗਈ, ਵਿਦੇਸ਼ਾਂ 'ਚ ਤੇ ਪ੍ਰਦੇਸ਼ਾਂ 'ਚ ਜ਼ਿਆਦਾ ਹੋ ਗਈ। ਯੂਪੀ 'ਚ ਲੈ ਲਓ, ਰਾਜਸਥਾਨ 'ਚ ਲੈ ਲਓ, ਮੱਧ ਪ੍ਰਦੇਸ਼ ਲੈ ਲਓ, ਦਿੱਲੀ 'ਚ ਲੈ ਲਓ, ਹਰਿਆਣੇ 'ਚ ਲੈ ਲਓ, ਮਹਾਰਾਸ਼ਟਰ 'ਚ ਲੈ ਲਓ। ਉਹ ਬਾਹਰ ਵੱਸਦੇ ਨੇ, ਆਪਣੇ ਧੰਦੇ ਕਰਦੇ ਨੇ, ਦਸਾਂ ਨੌਂ ਦੀ ਕਿਰਤ ਕਰਕੇ ਖਾਂਦੇ ਨੇ। ਸਾਡੇ ਇਹਨਾਂ ਜਿਹੜੇ ਬੇਵਕੂਫਾਨਾ ਜਿਹੜੇ ਐਲਾਨ ਨੇ ਇਹਨਾਂ ਦਾ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਪਹਿਲੀ ਗੱਲ ਤੇ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਲਗਾਤਾਰ ਇਸਨੇ ਬੰਦੀ ਸਿੰਘਾਂ ਦੇ ਨਾਲ ਧਰੋਹ ਕਮਾਇਆ, ਬੱਚਿਆਂ ਨਾਲ ਧਰੋਹ ਕਮਾਇਆ, ਜਿਹੜੇ ਮਰ ਗਏ ਉਹਨਾਂ ਦਾ ਜਸਟਿਸ ਨਹੀਂ ਹੋਣ ਦਿੱਤਾ। ਇਹਨੂੰ ਚਾਹੀਦਾ ਸੀ ਹੁਣ ਹੱਥ ਜੋੜ ਕੇ ਪਿੱਛੇ ਹੋ ਜਾਂਦਾ ਜਦੋਂ ਇਹਦੇ ਪੱਲੇ ਕੁਛ ਨਹੀਂ ਰਿਹਾ। ਇਹ ਹੱਥ ਜੋੜ ਕੇ ਪਿੱਛੇ ਹੋ ਜਾਂਦਾ ਵੀ ਸਾਧ ਸੰਗਤ ਜੀ ਮੈਨੂੰ ਦਿਓ ਮਾਫੀ ਤੇ ਆਪਣਾ ਪੰਥ ਜਿਹੜਾ ਨਵਾਂ ਲੀਡਰਸ਼ਿਪ ਚੁਣੇ। ਅਕਾਲੀ ਦਲ ਤੋਂ ਵੀ ਕੋਈ ਸਾਹ ਮਿਲਦਾ, ਅਕਾਲ ਤਖਤ ਨੂੰ ਮਿਲਦਾ, ਪ੍ਰਬੰਧਕ ਕਮੇਟੀ ਨੂੰ ਮਿਲਦਾ, ਕੋਈ ਨਵੀਂ ਗੱਲ ਹੁੰਦੀ। ਜਦੋਂ ਇਸ ਪਰਿਵਾਰ ਨੇ ਸਹੁੰ ਖਾਧੀ ਆ ਕਿ ਅਸੀਂ ਰਹਿਣਾ ਤਾਂ ਕੋਈ ਨਾ ਕੋਈ ਗੇਮ ਖੇਡਣਗੇ। ਵੀ ਅੱਜ ਜਿਹੜੀ ਮੂਵਮੈਂਟ ਇਹ ਖੜੀ ਕਰ ਰਿਹਾ, ਇਹ ਬਰਗਾੜੀ ਦੇ ਵਿੱਚ ਸਾਰਾ ਪੰਜਾਬ ਹੀ ਉੱਥੇ ਬਹਿ ਗਿਆ ਸੀ। ਉਦੋਂ ਵੱਡੀ ਹੋ ਗਈ ਤੇ ਉਦੋਂ ਛੁੱਟ ਗਏ, ਉਦੋਂ ਨੁਕਸਾਨ ਹੋਇਆ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭੁਲਿੰਦਰ ਸਿੰਘ। ਪੰਥਕ ਸਿਆਸਤ ਦੇ ਵਿੱਚ ਦੋ ਗੱਲਾਂ ਇਸ ਵਕਤ ਜ਼ਿਆਦਾ ਪ੍ਰਮੁੱਖਤਾ ਨਾਲ ਵਿਚਾਰੀਆਂ ਜਾ ਰਹੀਆਂ ਨੇ। ਇੱਕ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇਹ ਕਹਿਣਾ ਕਿ ਹਰ ਸਿੱਖ ਨੂੰ ਸਵੈ ਰੱਖਿਆ ਦੇ ਮਨਸੇ ਨਾਲ ਹਥਿਆਰ ਰੱਖਣਾ ਚਾਹੀਦਾ ਹੈ ਤੇ ਲਾਇਸੈਂਸਸ਼ੁਦਾ ਹਥਿਆਰ ਰੱਖਣਾ ਚਾਹੀਦਾ ਹੈ। ਤੇ ਇਸ ਦੇ ਨਾਲ ਹੀ ਦੂਜੀ ਗੱਲ ਅੱਜ ਕੱਲ੍ਹ ਜਿਹੜੀ ਜ਼ਿਆਦਾ ਚਰਚਾ 'ਚ ਹੈ, ਪੰਥਕ ਸਿਆਸਤ ਦੀ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਸਾਡੇ ਨਾਲ ਜੋ ਮਹਿਮਾਨ ਨੇ ਉਹ ਪੰਥਕ ਸਿਆਸਤ ਦੀ ਜਿਹੜੀ ਸਰਮੌਰ ਹਸਤੀ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦੁਬਾਰਾ ਹੰਭਲਾ ਮਾਰਿਆ ਗਿਆ। ਇਸ ਨੂੰ ਵੀ ਸਿਆਸਤ ਤੋਂ ਪ੍ਰੇਰਿਤ ਵੀ ਕਿਹਾ ਜਾ ਰਿਹਾ ਕਿ ਕੁਝ ਕੁ ਸਿਆਸੀ ਧਿਰਾਂ ਦੀ ਸਿਆਸੀ ਲੋੜ ਹੋ ਸਕਦੀ ਹੈ ਕਿ ਦੁਬਾਰਾ ਉਹ ਚਰਚਾ 'ਚ ਆ ਜਾਣ, ਪਰ ਜਿਹੜਾ ਮਨਸਾ ਹੈ ਉਹ ਬੜਾ ਜਿਹੜਾ ਸੁਚੱਜਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਗੁਰਮਤਿ ਦੇ ਫਲਸਫੇ ਵਿੱਚ ਵੀ ਵਿਚਾਰਾਂਗੇ, ਮੌਜੂਦਾ ਸਮੇਂ ਦੇ ਜੋ ਹਾਲਾਤ ਨੇ ਉਹਨਾਂ ਨੂੰ ਲੈ ਕੇ ਵੀ ਵਿਚਾਰਾਂਗੇ, ਖਾਸ ਕਰ ਘੱਟ ਗਿਣਤੀਆਂ ਦੀ ਜੋ ਸਥਿਤੀ ਹੈ ਮੁਲਕ ਅੰਦਰ ਉਹਨੂੰ ਲੈ ਕੇ ਵੀ ਵਿਚਾਰਾਂਗੇ। ਤੇ ਦੂਜਾ ਕਿ ਕਿਸ ਤਰ੍ਹਾਂ ਸਿਆਸੀ ਜਿਹੜੀ ਹੈਗੀ ਹੈ ਪੰਥਕ ਸਿਆਸਤ ਤੇ ਆਮ ਜਿਹੜੀ ਮੁੱਖ ਧਾਰਾ ਦੀ ਸਿਆਸਤ ਹੈ, ਜਦੋਂ ਉਹ ਰਲਗੜ ਹੁੰਦੀਆਂ ਨੇ ਤਾਂ ਕਈ ਮੌਕਾ ਪ੍ਰਸਤ ਲੋਕ ਉਹਨਾਂ ਦਾ ਫਾਇਦਾ ਲੈ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ 'ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਮੇਰੇ ਨਾਲ ਮਹਿਮਾਨ ਨੇ ਮੇਰੇ ਭਾਈ ਰਣਜੀਤ ਸਿੰਘ ਸਾਹਿਬ, ਸਾਬਕਾ ਜਥੇਦਾਰ,
ਸ੍ਰੀ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੀ ਜਿਸ ਪਦਵੀ ਤੇ ਤੁਸੀਂ ਬੈਠੇ ਸੀ ਕਿਸੇ ਸਮੇਂ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤਾਂ ਉਸੇ ਸਥਾਨ ਤੇ ਬੈਠੇ ਹੁਣ ਜੋ ਮੌਜੂਦਾ ਨੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਜੋ ਇੱਕ ਗੱਲ ਕਹੀ ਹੈ ਕਿ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣਾ ਚਾਹੀਦਾ, ਇਹ ਸਮੇਂ ਦੀ ਨਜ਼ਾਕਤ ਹੈ। ਪਹਿਲੀ ਗੱਲ ਤਾਂ ਕਿੰਨਾ ਕੁ ਇਤਫਾਕ ਰੱਖਦੇ ਹੋ? ਇੱਕ ਤਾਂ ਇਹ ਮੈਸੇਜ ਜਿਹੜਾ ਨਾ, ਇਹਦਾ ਅਰਥ ਬੜੇ ਗਲਤ ਨਿਕਲ ਰਹੇ ਨੇ। ਇੱਕ ਤਾਂ ਹਥਿਆਰ ਰੱਖ ਕੇ ਅੱਗੇ ਪ੍ਰੋਗਰਾਮ ਕੀ ਹੈ? ਤੁਸੀਂ ਕੋਈ ਸਿੱਖਾਂ ਨੂੰ ਰੈਡੀ ਕਰ ਰਹੇ ਹੋ, ਤਿਆਰ ਕਰ ਰਹੇ ਹੋ, ਸੁਚੇਤ ਕਰ ਰਹੇ ਹੋ, ਤੇ ਕਿਸ ਸਮੱਸਿਆ ਤੋਂ ਕਰ ਰਹੇ ਹੋ? ਤੇ ਤੁਹਾਡਾ ਪ੍ਰੋਗਰਾਮ ਕੀ ਹੈ? ਤੁਸੀਂ ਕੀ ਪ੍ਰੋਗਰਾਮ ਦੇਣ ਵਾਲੇ ਹੋ ਜਾਂ ਦੇ ਰਹੇ ਹੋ ਜਿਹਦੇ ਨਾਲ ਸਿੱਖ ਆਪਣੇ ਆਪ ਨੂੰ ਸੁਚੇਤ ਕਰਕੇ ਹਥਿਆਰ ਰੱਖ ਕੇ ਤੇ ਤਿਆਰ ਰਹਿਣ? ਜੇ ਤੁਹਾਡੀਆਂ ਲੱਤਾਂ 'ਚ ਦਮ ਨਹੀਂ, ਤੁਸੀਂ ਕੋਈ ਪ੍ਰੋਗਰਾਮ ਲਿਖਿਆ ਹੀ ਨਹੀਂ, ਤੁਹਾਡਾ ਕੋਈ ਪ੍ਰੋਗਰਾਮ ਹੈ ਹੀ ਨਹੀਂ, ਤੇ ਤੁਸੀਂ ਸਿੱਖਾਂ ਨੂੰ ਕਹਿ ਰਹੇ ਹੋ ਹਥਿਆਰਬੰਦ ਹੋ ਜਾਓ, ਤੇ ਇਹਦੇ ਅਰਥ ਜਿਹੜੇ ਨੇ ਨਾ, ਉਹ ਸਾਨੂੰ ਮਾਰ ਪਾਉਣ ਤੋਂ ਜ਼ਿਆਦਾ ਕੋਈ ਮਾਇਨੇ ਨਹੀਂ ਰੱਖਦੇ ਸਾਡੇ ਲਈ, ਸਾਡੀ ਕੌਮ ਲਈ। ਕਿਉਂਕਿ ਸਾਡੀ ਕੌਮ ਜਿਹੜੀ ਆ ਪੰਜਾਬ 'ਚ ਮੇਰਾ ਖਿਆਲ ਗਿਣਤੀ ਘੱਟ ਰਹਿ ਗਈ, ਵਿਦੇਸ਼ਾਂ ਤੇ ਪ੍ਰਦੇਸ਼ਾਂ 'ਚ ਜ਼ਿਆਦਾ ਹੋ ਗਈ। ਯੂਪੀ 'ਚ ਲੈ ਲਓ, ਰਾਜਸਥਾਨ 'ਚ ਲੈ ਲਓ, ਮੱਧ ਪ੍ਰਦੇਸ਼ ਲੈ ਲਓ, ਦਿੱਲੀ 'ਚ ਲੈ ਲਓ, ਹਰਿਆਣੇ 'ਚ ਲੈ ਲਓ, ਮਹਾਰਾਸ਼ਟਰ 'ਚ ਲੈ ਲਓ। ਉਹ ਬਾਹਰ ਵੱਸਦੇ ਨੇ, ਆਪਣੇ ਧੰਦੇ ਕਰਦੇ ਨੇ, 10 ਦੀ ਕਿਰਤ ਕਰਕੇ ਖਾਂਦੇ ਨੇ। ਸਾਡੇ ਇਹਨਾਂ ਜਿਹੜੇ ਬੇਵਕੂਫਾਨਾ ਜਿਹੜੇ ਐਲਾਨ ਨੇ, ਇਹਨਾਂ ਦਾ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਤੇ ਹਰੇਕ ਸਿੱਖ ਕਿਤੇ ਨਾ ਕਿਤੇ ਪੋਲਿਟਿਕਸ ਨਾਲ ਜੁੜਿਆ ਹੋਇਆ, ਕਿਤੇ ਨਾ ਕਿਤੇ ਉਹ ਦੂਸਰੇ ਮਜ਼ਹਬਾਂ ਦੇ ਲੋਕਾਂ ਨਾਲ ਜੁੜਿਆ ਹੋਇਆ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬੜੇ ਬੌਣੇ ਤੇ ਛੋਟੇ ਕੱਦ ਦੇ ਬੰਦੇ ਨੇ ਜਿਹਨਾਂ ਨੂੰ ਇੰਨੇ ਮਹੱਤਵਪੂਰਨ ਅਹੁਦਿਆਂ 'ਤੇ ਬਿਠਾਇਆ ਹੋਇਆ। ਨਾ ਤੇ ਮੁਕੰਮਲ ਗ੍ਰੰਥੀ ਨੇ, ਨਾ ਇਹ ਮੁਕੰਮਲ ਸਿੱਖ ਨੇ। ਇਹ ਤਮਾਸ਼ਾ ਜਿਹਾ ਬਣੇ ਹੋਏ ਨੇ। ਕਦੀ ਦੇ ਕੋਈ ਦੁੱਕੀ ਤਿੱਕੀ ਲੋਕ ਕਮੇਟੀ ਵੱਲ ਆ ਜਾਣ ਤੇ ਡਾਂਗਾ ਲੈ ਕੇ ਆ ਜਾਓ ਜੇ, ਇਹ ਕੋਈ ਐਲਾਨ ਨੇ? ਤੋ ਇਹ ਜਿਹੜਾ ਮਜ਼ਾਕ ਦਾ ਵਿਸ਼ਾ ਬਣਿਆ ਹੋਇਆ ਬੰਦਾ, ਮੈਂ ਮਹਿਸੂਸ ਕਰਦਾ ਕਿ ਇਹ ਬਿਆਨ ਇਹਦਾ ਬੜਾ ਮੰਦਭਾਗਾ ਸੀ। ਪਰ ਸਿੰਘ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਉਹ 6ਵੇਂ ਪਾਤਸ਼ਾਹ ਦੇ ਜਿਹੜਾ ਹੈ ਦਿਹਾੜੇ ਮੌਕੇ ਕਹੀ ਹੈ। ਮੇਰੀ ਪੀਰੀ ਦੇ ਸਿਧਾਂਤ ਦੀ ਓਟ ਲੈ ਕੇ ਉਹਨੂੰ ਆਪਾਂ ਸਭਿਅਕ ਅੱਜ ਦੀ ਭਾਸ਼ਾ 'ਚ ਕਹੀਏ ਕਿ ਉਹਦੀ ਬੈਕਡ੍ਰੌਪ ਪਿੱਛੇ ਰੱਖ ਕੇ, ਕਿ ਉੱਥੇ ਕਹੀ ਹੈ ਕਿ ਸਾਨੂੰ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ ਹਥਿਆਰ ਰੱਖਣ ਦਾ ਹੁਕਮ ਹੈ। ਸ਼ਸਤਰ ਜਿਹੜੇ ਨੇ ਉਹ ਸਿੱਖ ਦੀ ਪਛਾਣ ਹੀ ਨਹੀਂ, ਸਿੱਖ ਫਲਸਫੇ ਦਾ ਅੰਗ ਨੇ। ਵੈਸੇ ਤਾਂ ਦੇਖੋ ਸਿੰਘ ਸਾਹਿਬ, ਆਪਾਂ ਇਸੇ ਸਵਾਲ ਦੇ ਵਿੱਚ ਹੀ ਰਹਾਂਗੇ, ਪਰ ਇਹ ਗੱਲ 'ਚੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਤੋਂ ਮਨੁੱਖਤਾ ਦਾ ਇਤਿਹਾਸ ਹੈ ਉਦੋਂ ਤੋਂ ਹੀ ਹਥਿਆਰ ਦਾ ਇਤਿਹਾਸ ਹੈ। ਮਨੁੱਖ ਨੇ ਜਦੋਂ ਪਹਿਲੀ ਵਾਰੀ ਅਗਰ ਰੋਟੀ ਪਾਣੀ ਦਾ ਜੁਗਾੜ ਕਿਤੋਂ ਕੀਤਾ ਸੀ ਤਾਂ ਹਥਿਆਰ ਹੀ ਉਹਦਾ ਜ਼ਰੀਆ ਬਣਿਆ ਸੀ। ਹਥਿਆਰ ਦਾ ਇਤਿਹਾਸ ਵੀ ਮਨੁੱਖਤਾ ਦੇ ਬਰਾਬਰ ਹੈ। ਪਰ ਚਲੋ ਆਪਾਂ ਅੱਜ ਦੇ ਪ੍ਰਸੰਗ 'ਚ ਆਉਂਦੇ ਹਾਂ। ਮੀਰੀ ਪੀਰੀ ਦੇ ਸਿਧਾਂਤ ਦੀ ਜਦੋਂ ਗੱਲ ਆਉਂਦੀ ਹੈ, ਉਹ ਕਿੰਨਾ ਕੁ ਰੈਲੇਵੈਂਸ ਲੱਗਦਾ ਹੈ? ਇੱਕ ਤਾਂ ਮੇਰੀ ਪੀਰੀ ਦੀ ਜਿਹੜੀ ਗੱਲ ਹੈ ਨਾ, ਜਦੋਂ ਮੇਰੀ ਪੀਰੀ ਦੇ ਤਖਤ ਤੇ 6ਵੇਂ ਪਾਤਸ਼ਾਹ ਬੈਠੇ ਸੀ, ਤੇ ਉਦੋਂ ਇੱਕ ਹੁਕਮ ਸੀ ਮੁਗਲ ਸਰਕਾਰ ਵੱਲੋਂ ਕਿ ਕੋਈ ਵੀ ਪਾਤਸ਼ਾਹ ਤੋਂ ਬਿਨਾਂ ਘੋੜਸਵਾਰੀ ਨਹੀਂ ਕਰ ਸਕਦਾ, ਕੋਈ ਵੀ ਤਲਵਾਰ ਨਹੀਂ ਪਹਿਨ ਸਕਦਾ। ਇਹ ਇੱਕ ਚੈਲੰਜ ਸੀ ਤਖਤ ਤੇ ਬੈਠਣਾ ਤੇ ਘੋੜਸਵਾਰੀ ਕਰਨਾ, ਤੇ ਇੱਕ ਦੀ ਥਾਂ ਤੇ 2 ਤਲਵਾਰਾਂ ਪਾਉਣੀਆਂ। ਇਹ ਇੱਕ ਚੈਲੰਜ ਸੀ। ਇਹ ਲਾਇਸੈਂਸ ਨਹੀਂ ਸੀ ਲਿਆ ਉਹਨਾਂ ਕੋਲੋਂ ਵੀ ਤੁਸੀਂ ਸਾਨੂੰ ਲਾਇਸੈਂਸ ਦੇ ਦਿਓ, ਅਸੀਂ ਰੱਖ ਲਈਏ। ਇਹ ਇੱਕ ਚੈਲੰਜ ਸੀ, ਤੇ ਚੈਲੰਜ ਕਬੂਲ ਕਰਕੇ ਇੱਕ ਨਿਮਾਣੇ ਜੇ ਢਾਡੀ ਨੇ ਉੱਥੇ ਸਭ ਤੋਂ ਪਹਿਲਾਂ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਮੁਖਾਬਤ ਹੋ ਕੇ ਕਿਹਾ ਕਿ ਸੰਗਤ ਨੂੰ ਦੱਸਿਆ, ਜਹਾਂਗੀਰ ਨੂੰ ਦੱਸਿਆ, 2 ਤਲਵਾਰੀ ਬੱਧੀਆਂ, ਇੱਕ ਮੇਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹਿੰਮਤ ਗਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰੀ ਦਾ। ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਹੱਥ ਕਰਕੇ ਢਾਡੀ ਨੇ ਕਿਹਾ, ਅਬਦੁੱਲਾ ਨੇ, ਪੱਗ ਤੇਰੀ ਕੀ ਜਹਾਂਗੀਰੀ ਦੀ। ਇਹ ਚੈਲੰਜ ਸੀ। ਤੋ ਉਹ ਚੈਲੰਜ ਜਿਹੜਾ ਉਸ ਸਮੇਂ ਤੋਂ ਲੈ ਕੇ ਸਿੱਖਾਂ ਨੇ ਸਵੀਕਾਰ ਕੀਤਾ ਤੇ ਉਹਦੀ ਕੀਮਤ ਅਦਾ ਕੀਤੀ। ਅੱਜ ਅਸੀਂ ਇਹ ਬਿਲਕੁਲ ਸਹੀ ਗੱਲ ਹੈ ਕਿ ਸਾਡੇ ਪੁਰਾਤਨ ਸਿੱਖਾਂ ਨੇ ਵੀ ਇਹ ਕਿਹਾ ਹੈ ਕਿ ਜਿਹੜਾ ਸ਼ਸਤਰ ਤੇ ਸ਼ਾਸਤਰ ਦਾ ਸਿਧਾਂਤ ਆ, ਇਹ ਸਿੱਖ ਨੂੰ ਅਪਣਾਉਣਾ ਚਾਹੀਦਾ। ਕੀ ਇਸ ਗਿਆਨੀ ਨੇ ਆਪ ਅਪਣਾਇਆ? ਇਹਨੇ ਸ਼ਸਤਰ ਵਿੱਦਿਆ ਸਿੱਖੀ? ਸ਼ਸਤਰ ਵਿੱਦਿਆ ਪਿਸਤੌਲ ਦਾ ਲਾਇਸੈਂਸ ਲੈਣਾ ਨਹੀਂ। ਸ਼ਸਤਰ ਵਿੱਦਿਆ ਇੱਕ ਵਿੱਦਿਆ ਹੈ ਤੇ ਉਹਨੂੰ ਟਾਈਮ ਲੱਗਦਾ, ਉਹਨੂੰ ਸਾਲ ਲੱਗਦੇ ਨੇ ਹਾਸਲ ਕਰਨ ਲੱਗਿਆ। ਜਦੋਂ ਤੁਸੀਂ ਉਹ ਵਿੱਦਿਆ ਸਿੱਖ ਜਾਂਦੇ ਹੋ ਤੇ ਤੁਹਾਡੇ ਹੱਥ 'ਚ ਭਾਵੇਂ ਲਾਠੀ ਹੋਵੇ, ਭਾਵੇਂ ਤਲਵਾਰ ਹੋਵੇ, ਭਾਵੇਂ ਨੇਜਾ ਹੋਵੇ, ਭਾਵੇਂ ਪਿਸਟਲ ਹੋਵੇ, ਤੁਸੀਂ ਮੁਕੰਮਲ ਤੌਰ ਤੇ ਉਹਦੇ ਧਾਰਨੀ ਬਣ ਜਾਂਦੇ ਹੋ। ਤੋ ਇੱਕ ਨਾਲ ਇਹ ਵੀ ਮੈਸੇਜ ਦੇਣਾ ਕਿ ਲਾਇਸੈਂਸ ਰੱਖੋ,
ਤੇ ਨਾਲ ਇਹ ਵੀ ਮੈਸੇਜ ਨਹੀਂ ਦੇਣਾ ਕਿ ਕਿਉਂ ਰੱਖੋ। ਤੇ ਇਹ ਗੱਲਾਂ ਜਿਹੜੀਆਂ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਨੇ। ਤੇ ਇਹ ਸਿਖਾਇਆ ਤਿੱਤਰ ਹੈ, ਸਿਖਾਇਆ ਜਿਸ ਤਰ੍ਹਾਂ ਦਾ ਸਿਖਾਇਆ ਉਸ ਤਰ੍ਹਾਂ ਦਾ ਬੋਲੀ ਜਾਂਦਾ ਹੈ। ਸ਼ਸਤਰ ਤੇ ਸ਼ਾਸਤਰ ਦੇ ਅਭਿਆਸ ਨਾਲ ਸਿੱਖ ਦੀ ਚਿੱਤ ਬਿਰਤੀ ਸਹਿਜ ਵਿੱਚ ਆਉਂਦੀ ਹੈ, ਇਹ ਬਿਲਕੁਲ ਠੀਕ ਹੈ। ਲੇਕਿਨ ਸ਼ਸਤਰ ਤੇ ਸ਼ਾਸਤਰ ਦਾ ਅਭਿਆਸ ਇਹ ਆਮ ਸਿੱਖ ਜਿਹੜਾ ਉਹ ਵੀ ਨਹੀਂ ਕਰ ਰਿਹਾ। ਇਸ ਬੰਦੇ ਨੇ ਤੇ ਕੀ ਕਰਨਾ ਜੀ। ਇਹ ਜਿਹੜਾ ਗਿਆਨੀ ਨੇ ਨਾ ਤੇ ਮੁਕੰਮਲ ਗ੍ਰੰਥੀ ਨੇ, ਨਾ ਇਹ ਮੁਕੰਮਲ ਸਿੱਖ ਨੇ ਜਿਨ੍ਹਾਂ ਨੇ ਸ਼ਸਤਰ ਤੇ ਸ਼ਾਸਤਰ ਦੇ ਧਾਰਨੀ ਹੋ ਕੇ ਆਪਣੇ ਜੀਵਨ ਸਵਾਰੇ ਹੋਣ ਜੀ। ਪਰ ਰਾਜਨੀਤਿਕ ਤੌਰ ਦੇ ਉੱਤੇ ਜਿਵੇਂ ਦੇਖਿਆ ਜਾਏ, ਜਿਵੇਂ ਮੁਲਕ ਦੇ ਹਾਲਾਤ ਬਣਦੇ ਨੇ, ਘੱਟ ਗਿਣਤੀਆਂ ਵਾਸਤੇ ਜਿਹੜਾ ਖਤਰੇ ਖੜੇ ਹੋ ਰਹੇ ਨੇ, ਭਾਵੇਂ ਕੋਈ ਵੀ ਘੱਟ ਗਿਣਤੀ ਹੈ, ਪੁਰਾਣੀ ਜਿਹੜੀ ਮਸਜਿਦਾਂ ਜਿਹੜੀਆਂ ਨੇ ਉਹ ਪੁੱਟੀਆਂ ਜਾ ਰਹੀਆਂ ਨੇ, ਅਦਾਲਤਾਂ 'ਚ ਕੇਸ ਚੱਲ ਰਹੇ ਨੇ ਤੇ 84 ਆਪਾਂ ਭੁੱਲੇ ਨਹੀਂ ਹੁਣ ਤੱਕ, ਗੁਜਰਾਤ ਵੀ ਨਹੀਂ ਭੁੱਲੇ ਆਪਾਂ। ਤਾਂ ਕੀ ਲੱਗਦਾ ਨਹੀਂ ਕਿ ਘੱਟ ਗਿਣਤੀਆਂ ਨੂੰ ਆਪਣੀ ਸਵੈ ਰੱਖਿਆ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਹ ਨਹੀਂ ਕਿ ਕੁੰਡੀ ਮਾਰ ਕੇ ਸੌਂਗੇ ਤਾਂ ਤੁਸੀਂ ਸੁਰੱਖਿਆ ਤੋਂ ਰਾਤ ਨੂੰ ਕੋਈ ਪਤਾ ਨਹੀਂ ਕਿ ਸਵੇਰ ਉੱਠਦੇ ਨੂੰ ਕਿਹੜਾ ਨਵਾਂ ਕੁੰਡੀ ਮਾਰਨੀ ਹੋਰ ਗੱਲ ਆ। ਜਿਹੜੇ ਸਾਡੇ ਰਵਾਇਤੀ ਸ਼ਸਤਰ ਨੇ ਉਹਨਾਂ ਦੇ ਧਾਰਨੀ ਹੋਣਾ, ਉਹਨਾਂ ਦੀ ਸਿਖਲਾਈ ਲੈਣਾ ਹੋਰ ਗੱਲ ਹੈ। ਲਾਇਸੈਂਸ ਮੰਗਣਾ ਹੋਰ ਗੱਲ ਹੈ ਜੀ। ਜੇ ਤੁਸੀਂ ਆਪਣੀ ਸਵੈ ਸੁਰੱਖਿਆ ਲਈ ਜਾਂ ਇਹੋ ਜਿਹੇ ਖਤਰਿਆਂ ਲਈ ਜਿਹੜੇ ਤੁਸੀਂ ਦੱਸਿਆ ਉਹਨਾਂ ਲਈ ਲੜਾਈ ਕਰਨੀ ਤਾਂ ਉਹਦੇ ਲਈ ਲਾਇਸੈਂਸ ਤੁਹਾਨੂੰ ਕੌਣ ਦਊਗਾ? ਤੇ ਲਾਇਸੈਂਸ ਲੈਣ ਵਾਲਾ ਜਿਹੜਾ ਉਹ ਆਪਣੇ ਆਪ ਨੂੰ ਬਚਾ ਪਾਊਗਾ? ਇਸ ਨੀਤੀ ਬਾਰੇ ਵੀ ਇਸ ਗਿਆਨੀ ਨੂੰ ਕੋਈ ਇਲਮ ਨਹੀਂ ਹੈਗਾ ਵੀ ਅਸੀਂ ਜੇ ਉਸ ਨੀਤੀ ਤੇ ਵੀ ਚੱਲਣਾ ਹੈ ਤੇ ਸਾਨੂੰ ਹਥਿਆਰਾਂ ਦਾ ਐਲਾਨ ਕਿਵੇਂ ਕਰਨਾ ਚਾਹੀਦਾ, ਕਿਵੇਂ ਰੱਖਣੇ ਚਾਹੀਦੇ ਨੇ। ਜਿਹੜਾ ਬੰਦਾ ਹਥਿਆਰ ਲੈ ਲੈਂਦਾ ਉਹ ਤਾਂ ਵੱਜ ਜਾਂਦਾ, ਉਹ ਤੇ ਸਮਝ ਲਓ ਅੱਧਾ ਕੈਦੀ ਤਾਂ ਪਹਿਲਾਂ ਹੀ ਬਣ ਜਾਂਦਾ ਸਰਕਾਰ ਦਾ। ਹਥਿਆਰ ਲੈਣਾ ਤੇ ਰੱਖਣਾ ਸੌਖੀ ਗੱਲ ਨਹੀਂ, ਲਾਇਸੈਂਸ ਲੈਣਾ। ਖੂਬਸੂਰਤ ਮੋੜ ਦੇ ਉੱਤੇ, ਦਿਲਚਸਪ ਮੋੜ ਦੇ ਉੱਤੇ ਤੁਸੀਂ ਗੱਲਬਾਤ ਨੂੰ ਲੈ ਆਏ ਹੋ ਕਿ ਸਿੱਖੀ ਵਿੱਚ ਜਾਂ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਹਥਿਆਰ ਰੱਖਣ ਦੀ, ਸ਼ਸਤਰ ਰੱਖਣ ਦੀ, ਸ਼ਾਸਤਰ ਤੇ ਸ਼ਸਤਰ ਦੇ ਵਿੱਚ ਜਿਹੜਾ ਰਲਗੱਡ ਕਰਕੇ ਰੱਖਣਾ, ਤਾਲਮੇਲ ਬਣਾ ਕੇ ਰੱਖਣਾ, ਜਿਹੜਾ ਸਿਦਕ ਦਾ ਧਾਰਨੀ ਬਣਾਉਂਦਾ ਹੈ ਬੰਦੇ ਨੂੰ, ਬਿਲਕੁਲ ਤਾਂ ਨਿਤਨੇਮੀ ਨੂੰ। ਤਾਂ ਇਹ ਇੱਥੋਂ ਗੱਲ ਇਹ ਉੱਭਰ ਕੇ ਆਉਂਦੀ ਹੈ ਜੋ ਮੈਂ ਮਹਿਸੂਸ ਕਰਦਾ ਕਿ ਜ਼ਰੂਰ ਇਹ ਗੱਲ ਵੀ ਥੋੜ੍ਹਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਸ਼ਸਤਰ ਜੇਕਰ ਸਿੱਖ ਨੇ ਰੱਖਣਾ ਹੈ ਤਾਂ ਉਹ ਉਸ ਦੇ ਨਾਲ ਲਾਇਸੈਂਸ ਤੋਂ ਬਿਨਾਂ ਵੀ ਲਾਇਸੈਂਸ ਵਰਗੀ ਜ਼ਿੰਮੇਵਾਰੀ ਆਉਣੀ, ਉਹ ਕਨੈਕਸ਼ਨ ਕਿਸ ਤਰ੍ਹਾਂ ਜੁੜੇਗਾ? ਨਹੀਂ ਦੇਖੋ, ਇੱਕ ਮੈਂ ਜੋ ਮਹਿਸੂਸ ਕੀਤਾ ਹੈ ਤੁਹਾਡੀ ਗੱਲ ਤੋਂ, ਤੁਸੀਂ ਕਹਿ ਰਹੇ ਹੋ ਕਿ ਸ਼ਸਤਰ ਰੱਖਣਾ ਜ਼ਰੂਰੀ ਹੈ, ਸ਼ਸਤਰ ਪਰ ਜੇ ਲਾਇਸੈਂਸ ਲੈ ਕੇ ਵੀ ਸ਼ਸਤਰ ਰੱਖਣਾ ਹੈ ਤਾਂ ਇਹਦਾ ਮਤਲਬ ਕਿ ਬੰਦਾ ਆਪਣੇ ਕਾਬੂ 'ਚ ਹੀ ਨਹੀਂ ਹੈਗਾ, ਤਾਂ ਉਹਨੂੰ ਲਾਇਸੈਂਸ ਲੈਣਾ ਪੈ ਰਿਹਾ। ਸ਼ਸਤਰ ਦੀ ਮਹੱਤਤਾ ਸਮਝਣੀ ਜ਼ਰੂਰੀ ਹੈ। ਸ਼ਸਤਰ ਦੀ ਮਹੱਤਤਾ ਤੇ ਇੱਕ ਘੱਟ ਤੋਂ ਘੱਟ ਉਹਦੀ ਸਟੱਡੀ, ਉਸ ਵਿੱਦਿਆ ਦੀ ਸਟੱਡੀ ਜਿਹੜਾ ਸਾਨੂੰ ਨਾ ਜੀ ਦੇਖੋ ਗੁਰੂ ਮਹਾਰਾਜ ਨੇ ਨਾ ਹੁਕਮਨਾਮੇ ਆਪਣੇ ਦਿੱਤੇ ਨੇ। ਇਹ ਮੋਰ ਆ ਗਿਆ ਸੁਣੋ ਲੈ ਪਿਆਰੇ, ਬਿਨਾ ਸ਼ਸਤਰ ਕੇ ਸਿੰਘ ਦੇਹੁ ਨਾ ਦਿਦਾਰੇ। ਬੰਦਾ ਸਿੰਘ ਬਹਾਦਰ ਨੇ ਵੀ ਹੁਕਮ ਕੀਤਾ ਆਪਣੇ ਸਿੱਖਾਂ ਨੂੰ ਕਿ 5 ਸ਼ਸਤਰ ਪਹਿਨ ਕੇ ਆਉਣਾ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਇਹੀ ਕਹਿੰਦੇ ਸੀ, ਚੰਗਾ ਸ਼ਸਤਰ ਚੰਗਾ ਘੋੜਾ ਲੈ ਕੇ ਆਉਣਾ। ਦਸਮ ਪਾਤਸ਼ਾਹ ਵੀ ਇਹੀ ਕਹਿੰਦੇ ਸੀ, ਬਿਨਾ ਸ਼ਸਤਰ ਕੇ ਸੰਗ ਨਰੂ ਭੇਡ ਜਾਨੋ, ਗਹੇ ਕਾਨ ਤਾਕੇ ਕਿਤੇ ਲੈ ਸਦਾਨੋ। ਸ਼ਸਤਰ ਤੋਂ ਵਿਹੂਣਾ ਮਨੁੱਖ ਜਿਹੜਾ ਇਹ ਭੇਡ ਦੀ ਨਿਆਈ ਹੈ, ਜਿਹਨੂੰ ਕੰਨੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਤਿਲਕਹੀਣੰ ਜਥਾ ਵਿਪਰਾ, ਅਮਰਹੀਣੰ ਜਥਾ ਰਾਜਨਾ ਹੈ, ਆਵੱਧਹੀਣੰ ਜਥਾ ਸੂਰਾ, ਨਾਨਕ ਧਰਮਹੀਣੰ ਤਥਾ ਵੈਸੁਰਾ ਹੈ। ਜਿਸ ਤਰ੍ਹਾਂ ਧਰਮ ਤੋਂ ਬਿਨਾਂ ਕੋਈ ਪ੍ਰਮਾਤਮਾ ਦਾ ਭਗਤ ਧਰਮ ਕਮਾਉਣ ਤੋਂ ਬਿਨਾਂ ਸ਼ੋਭਾ ਨਹੀਂ ਦਿੰਦਾ, ਜਿਸ ਤਰ੍ਹਾਂ ਕੋਈ ਬ੍ਰਾਹਮਣ ਤਿਲਕ ਤੋਂ ਬਿਨਾਂ ਸ਼ੋਭਾ ਨਹੀਂ ਦਿੰਦਾ, ਜਿਸ ਤਰ੍ਹਾਂ ਕੋਈ ਰਾਜਾ ਹੁਕਮ ਦੀ ਸਮਰੱਥਾ ਨਾ ਹੋਵੇ ਤੇ ਰਾਜਾ ਹੋਵੇ ਉਹ ਸ਼ੋਭਾ ਨਹੀਂ ਦਿੰਦਾ, ਇਸ ਤਰ੍ਹਾਂ ਸ਼ਸਤਰ ਤੋਂ ਬਿਨਾਂ ਸੂਰਮਾ ਕੋਈ ਸ਼ੋਭਾ ਨਹੀਂ ਦਿੰਦਾ। ਹੁਣ ਗੱਲ ਇੱਥੇ ਆ ਜਾਂਦੀ ਕਿ ਮੈਂ ਜਿਹੜੀ ਗੱਲ ਕਰਦਾ ਸਾਡੇ ਗੁਰੂ ਸਾਹਿਬਾਨ ਵੱਲੋਂ ਇਹ ਹੁਕਮ ਆ ਕਿ ਸ਼ਸਤਰ ਤੇ ਸ਼ਾਸਤਰ ਦੇ ਧਾਰਨੀ ਹੋ। ਸਾਡੇ ਅੰਦਰ ਸ਼ਸਤਰ ਦਾ ਅਭਿਆਸ ਨਹੀਂ, ਅਸੀਂ ਗੁਰਬਾਣੀ ਨਹੀਂ ਪੜ੍ਹਦੇ, ਅਸੀਂ ਵਿਚਾਰ ਨਹੀਂ ਕਰਦੇ ਇਤਿਹਾਸ 'ਤੇ, ਸਾਡੇ ਪੱਲੇ ਕੁਛ ਨਹੀਂ, ਅਸੀਂ ਸੁੱਕੇ ਪਏ ਅੰਦਰੋਂ। ਸਰੀਰ ਸਾਡਾ ਜਿਹੜਾ ਉਹ ਨਿਡਾਲ ਆ, ਕਮਜ਼ੋਰ ਆ, ਇਸ ਕਰਕੇ ਕਿਉਂਕਿ ਕੋਲ ਸ਼ਸਤਰ ਨਹੀਂ, ਸ਼ਸਤਰ ਦਾ ਅਭਿਆਸ ਨਹੀਂ। ਸ਼ਸਤਰ ਰੱਖ ਲਓ, ਅਭਿਆਸ ਨਾ ਹੋਵੇ। ਕਿਰਪਾਨ ਤੇ ਇਹਨਾਂ ਨੇ ਫੜੀ ਆਪਣੇ ਕੱਦ ਤੋਂ ਲੰਮੀ, ਲੇਕਿਨ ਫੜਨੀ ਨਹੀਂ ਆਉਂਦੀ। ਜਦੋਂ ਨਿਦਾਨ ਬੰਦਾ ਕਿਰਪਾਨ ਫੜਦਾ ਉਹ ਤੋਂ ਪਤਾ ਲੱਗ ਜਾਂਦਾ ਕਿ ਇਹਨੂੰ ਚਲਾਉਣੀ ਆਉਂਦੀ ਕਿ ਨਹੀਂ ਆਉਂਦੀ। ਤਾਂ ਮੇਰਾ ਮਤਲਬ ਕਹਿਣ ਦਾ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਬਚਪਨ ਦੇ ਵਿੱਚ ਸਾਹਿਬਜ਼ਾਦੇ ਹੋਣ ਕਰਕੇ ਲੋਕ ਖਾਸ ਕਰਕੇ ਮਾਈਆਂ ਬੜਾ ਵਿਸ਼ਵਾਸ ਰੱਖਦੇ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ,
ਇਹ ਜਿਹੜੀ ਗੱਲ ਕਰਨਗੇ ਪੂਰੀ ਹੋਊਗੀ। ਇੱਕ ਬੱਚੇ ਨੂੰ ਕੋਈ ਪ੍ਰੋਬਲਮ ਆਈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਜੀ ਉਮਰ ਦੇ ਸਨ ਉਦੋਂ, ਰਾਮ ਰਾਏ ਜੀ ਉਦੋਂ ਚੜ੍ਹਾਈ ਕਰ ਗਏ ਸੀ, ਉਹਨਾਂ ਦੇ ਵੱਡੇ ਭਾਈ ਬਾਬਾ ਟਲ ਰਾਏ ਜੀ ਤੇ ਉਹ ਵਰਾਗ ਦੇ ਵਿੱਚ ਰਹਿੰਦੇ ਸੀ। ਉਹਨਾਂ ਨੂੰ ਇੱਕ ਮਾਈ ਨੇ ਕਿਹਾ ਜੀ ਮੇਰੇ ਬੱਚੇ ਨੂੰ ਇਹ ਪ੍ਰੋਬਲਮ ਆ ਤੇ ਕੋਈ ਦਵਾਈ ਦੱਸੋ, ਤੇ ਉਹ ਕਹਿੰਦੇ ਪਰਸੋਂ ਆਈ। ਉਹ 3 ਦਿਨਾਂ ਬਾਅਦ ਗਈ, ਫਿਰ ਪੁੱਛਿਆ ਕਿ ਕੋਈ ਦੱਸੋ, ਕਹਿੰਦੇ ਮਾਈ ਗੁੜ ਖਾਣਾ ਛੱਡ ਦੇ, ਇਹ ਬੱਚੇ ਨੂੰ ਗੁੜ ਖਵਾਉਣਾ ਛੱਡ ਦੇ। ਤੇ ਉਹ ਕਹਿੰਦੀ ਇਹੀ ਗੱਲ ਕਰਨੀ ਮੈਨੂੰ 3 ਦਿਨ ਪਹਿਲਾਂ ਦੱਸ ਦਿੰਦੇ। ਕਹਿੰਦੇ ਉਦਣ ਮੈਂ ਆਪ ਖਾਂਦਾ ਸੀ, ਮੈਂ ਉਦਣ ਆਪ ਖਾਂਦਾ ਸੀ, ਤੈਨੂੰ ਕਿਵੇਂ ਉਪਦੇਸ਼ ਦੇ ਦਿੰਦਾ। ਤੇ ਇਹ ਗੱਲਾਂ ਜਿਹੜੀਆਂ ਨੇ ਸੁੱਟ ਪਾਉਣ ਵਾਲੀਆਂ ਨੇਗੀਆਂ। ਸਾਡੇ ਕੋਲ ਜਿੰਨੀ ਦੇਰ ਤੱਕ ਅਸੀਂ ਆਪ ਮੁਕੰਮਲ ਨਹੀਂ, कबीर अवरा को उपदेश ते मुख में पर है रेत, रास बरानी राखते खाया घर का खेत। अपने खेत जीवन की खेती तो ही खाई बैठे हैं, दूजे ਨੂੰ ਅਸੀਂ ਉਪਦੇਸ਼ ਕਰਦੇ ਹਾਂ। ਸਾਡੀ ਇਹ ਜਿਹੜੇ 11-12 ਸਾਲ ਤੋਂ ਲੈ ਕੇ 25-26 ਸਾਲ ਤੱਕ ਤਾਂ ਬੱਚਾ ਕਹਿੰਦਾ ਮੈਨੂੰ ਹਥਿਆਰ ਦਿਓ, ਮੈਨੂੰ ਫਲਾਨੀ ਗਨ ਦਿਓ। ਇਹ ਮੇਰੇ ਕੋਲ ਇੱਕ ਵਿਦੇਸ਼ ਦੇ ਵਿੱਚ ਉਹ ਬੱਚਾ ਬਦਕਿਸਮਤੀ ਨੂੰ ਅੱਜ ਹੈ ਨਹੀਂ ਸਾਡੀ ਦੁਨੀਆ 'ਚ। ਉਹ ਛੋਟਾ ਜਿਹਾ ਸੀ ਤੇ ਉਹ ਮੈਨੂੰ ਕਹਿੰਦਾ ਮੈਨੂੰ ਅੰਕਲ ਆਂਟੀ ਗਨ ਨਹੀਂ ਦਿਖਾਉਂਦੀ ਤੁਹਾਡੀ, ਮੈਂ ਗਨ ਦੇਖਣੀ। ਤਾਂ ਮੈਂ ਕਿਹਾ ਉਹ ਗਨ ਜਿਹੜੀ ਆ ਉਹ ਪੁਲਿਸ ਲੈ ਗਈ। ਕਹਿੰਦਾ ਝੂਠ, ਤੁਹਾਡੀ ਅਲਮਾਰੀ 'ਚ ਪਈ ਹੈ, ਮੈਨੂੰ ਦਿਖਾਓ। ਜਿੰਨੀ ਦੇਰ ਮੈਂ ਉਸ ਬੱਚੇ ਨੂੰ ਦਿਖਾਇਆ ਨਹੀਂ ਪਿਸਟਲ ਆਪਣਾ, ਉਨੀ ਦੇਰ ਉਹਨੇ ਸ਼ਾਂਤ ਨਹੀਂ ਹੋਇਆ। ਤਾਂ ਇਹ ਇੱਕ ਉਮਰ ਦਾ ਲਿਹਾਜ਼ ਹੁੰਦਾ ਹੈ ਵੀ ਅਸੀਂ ਇਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਗੁਰੂ ਮਹਾਰਾਜ ਦੇ ਲੜ ਲਾਉਣਾ, ਕਿਸ ਤਰ੍ਹਾਂ ਉਹ ਜਾਬਤੇ 'ਚ ਰਹਿ ਸਕਣ, ਕਿਸ ਤਰ੍ਹਾਂ ਆਪਣੇ ਕੌਮ ਦੇ ਭਵਿੱਖ ਲਈ ਸੋਚ ਸਕਣ, ਕਿੰਨਾ ਕੁ ਬਰਦਾਸ਼ਤ ਹੋਣਾ ਚਾਹੀਦਾ, ਰੱਖਣਾ ਚਾਹੀਦਾ, ਉਹ ਉਹਨਾਂ ਨੂੰ ਪਤਾ ਹੋਵੇ। ਜੋਸ਼ ਦੇ ਨਾਲ ਹੋਸ਼ ਕਿੰਨੀ ਕੁ ਹੋਣੀ ਚਾਹੀਦੀ ਉਹਨਾਂ ਨੂੰ ਪਤਾ ਹੋਵੇ। ਐਵੇਂ ਐਲਾਨਨਾਮੇ ਤੁਸੀਂ ਕਰੀ ਜਾਓ, ਐਲਾਨਨਾਮੇ ਤੁਸੀਂ ਕਰੀ ਜਾਓ। ਇਸ ਬੰਦੇ ਨੂੰ ਮੈਂ ਬੜੀ ਵਾਰੀ ਨੋਟ ਕੀਤਾ। ਅੱਗੇ ਦੇ ਪਿਆ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਤੇ ਨਾਮ ਹੀ ਲਿਆ ਇਸਨੇ। ਪ੍ਰਾਚੀਨ ਪੰਥ ਪ੍ਰਕਾਸ਼ ਦੀਆਂ ਤੁਕਾਂ ਪੜ੍ਹ ਕੇ ਤੇ ਮਾਸ ਖਾਣ ਦਾ ਉਦਾਹਰਨ ਦੇ ਰਿਹਾ ਤੇ ਕਹਿੰਦਾ ਦੇਖੋ ਗੁਰੂ ਸਾਹਿਬ ਵੀ ਕਹਿ ਕੇ ਝਟਕਾ ਕਰਕੇ ਛਕੋ ਵੀ ਜੇ ਤੂੰ ਅਕਾਲ ਤਖਤ ਦਾ ਜਥੇਦਾਰ ਆ, ਜੇ ਤੂੰ ਗ੍ਰੰਥੀ ਆ ਤੇ ਤੂੰ ਉਦਾਹਰਨ ਦੇ ਰਿਹਾ ਗੁਰੂ ਸਾਹਿਬ ਦੀ, ਤੇ ਗੁਰੂ ਗ੍ਰੰਥ ਸਾਹਿਬ ਚੋਂ ਦੇ। ਹਾਂ, ਪੰਥ ਪ੍ਰਕਾਸ਼ ਤੋਂ ਪਹਿਲਾਂ ਹੀ ਆਪਾਂ ਸਵਾਲਾਂ 'ਚ ਹਾਂ ਜੀ। ਪ੍ਰਾਚੀਨ ਪੰਥ ਪ੍ਰਕਾਸ਼ ਇੱਕ ਹਿਸਟਰੀ ਆ ਸਾਡੀ ਜੀ। ਉਸ ਹਿਸਟਰੀ ਦੇ ਵਿੱਚ ਸਿੱਖਾਂ ਨੂੰ ਬਹੁਤ ਕੁਝ ਕਰਨਾ ਪਿਆ ਜਿਹੜਾ ਗੁਰਮਤ ਦੇ ਵਿੱਚ ਨਹੀਂ, ਲੇਕਿਨ ਉਹਨਾਂ ਦੀਆਂ ਮਜਬੂਰੀਆਂ ਸਨ। ਪਰ ਜੇ ਤੂੰ ਐਜ ਜਥੇਦਾਰ ਕੋ ਗੱਲ ਕਰ ਰਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦਾ ਨਾਂ ਲੈ ਕੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਹੀਂ ਕੁਛ ਵੀ, ਉਹ 'ਚੋਂ ਤੂੰ ਦਰਸਾਂਤ ਨਹੀਂ ਦੇ ਸਕਦਾ, ਉਹਦੇ 'ਚੋਂ ਦੇ ਸੰਗਤ ਨੂੰ ਜਿਹੜਾ ਦੇਣਾ। ਤੋ ਇਹ ਬੜਾ ਬੇਮਾਨਾ ਜਿਹੜੀ ਗੱਲ ਕਰਨੀ ਆ, ਜਿਹੜੀ ਬੇਤੁਕੀ ਜੀ ਗੱਲ ਕਰਨੀ ਹੈ, ਇਹ ਸੰਗਤ ਨੂੰ ਖਰਾਬ ਕਰਦੀ ਆ ਤੇ ਤਮਾਸ਼ਾ ਜਿਹਾ ਬਣ ਜਾਂਦਾ ਸਾਡਾ। ਮੈਂ ਮਹਿਸੂਸ ਕਰਦਾ ਕਿ ਇਹਨਾਂ ਗੱਲਾਂ 'ਚ ਅਕਾਲ ਤਖਤ ਨੂੰ ਕਲੰਕ ਲੱਗ ਰਿਹਾ। ਆਪਾਂ ਦੂਜੇ ਪਹਿਲੂ ਤੇ ਆਉਂਦੇ ਆ, ਜਿਹੜੀ ਮੈਂ ਗੱਲਬਾਤ ਦੇ ਸ਼ੁਰੂ 'ਚ ਜ਼ਿਕਰ ਕੀਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਦੁਬਾਰਾ ਚੱਲੀ ਹੈ। ਤੁਸੀਂ ਬੜੇ ਹੀ ਇੱਕ ਢੁਕਵੇਂ ਬੰਦੇ ਹੋ ਜਿਹਨਾਂ ਨਾਲ ਇਹ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਤੁਸੀਂ ਨਿਰੰਕਾਰੀ ਮੁਖੀ ਨੂੰ ਸੋਧਾ ਲਾਉਣ ਦੇ ਕੇਸ ਦੇ ਵਿੱਚ ਸਜ਼ਾ ਭੁਗਤੀ ਹੈ, ਬਰੀ ਹੋਏ ਹੋ। ਮਤਲਬ ਕਿ ਬੰਦੀ ਸਿੰਘ ਤੁਸੀਂ ਵੀ ਹੋ, ਤੇ ਬੰਦੀ ਸਿੰਘ ਜੇ ਰਿਹਾ ਹੋਣ ਵਾਲੇ ਸਭ ਤੋਂ ਪ੍ਰਮੁੱਖ ਬੰਦੀ ਸਿੰਘ ਹੁਣ ਤੱਕ ਹੋਏ ਹੋ, ਤੁਸੀਂ ਸਭ ਤੋਂ ਪ੍ਰਮੁੱਖ ਬੰਦੀ ਸਿੰਘ ਹੋ। ਤੁਸੀਂ ਜਿਹੜਾ ਫਿਰ ਮੁੜ ਕੇ ਜਥੇਦਾਰੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਸੰਭਾਲੀ ਹੈ ਕੌਮ ਦੇ ਅੱਗੇ, ਹੋਰ ਤਰ੍ਹਾਂ ਦੇ ਰਾਜਨੀਤਿਕ ਹਾਲਾਤ ਬਣੇ ਨੇ ਕਿ ਤੁਹਾਨੂੰ ਉਹ ਜਥੇਦਾਰੀ ਤੋਂ ਲਾਂਭੇ ਹੋਣਾ ਪਿਆ। ਤੇ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਚਾਰਾਜੋਈ ਹੁਣ ਸ਼ੁਰੂ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਪਹਿਲ ਕਦਮੀ ਤੇ, ਸਭ ਤੋਂ ਪਹਿਲਾਂ ਤਾਂ ਕੀ ਇਹ ਲੱਗਦਾ ਹੈ ਕਿ ਇਹ ਕਿਸੇ ਸਿਰੇ ਵੱਲ ਜਾ ਸਕਦੀ ਹੈ? ਤੇ ਦੂਜਾ ਫਿਰ ਹਰਿਆਣਾ ਕਮੇਟੀ ਦੇ ਜਿਹੜੇ ਮੁਖੀ ਨੇ ਭਾਈ ਬਲਜੀਤ ਸਿੰਘ ਦਾਦੂਵਾਲ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਉੱਤੇ ਉਂਗਲ ਚੁੱਕ ਦਿੱਤੀ ਹੈ, ਸੁਖਬੀਰ ਸਿੰਘ ਬਾਦਲ ਦੇ ਉੱਤੇ, ਕਿ ਇਹਨਾਂ ਨੂੰ ਬਾਹਰ ਕਰੋ। ਸੰਗਤ ਮੇਰੇ ਖਿਆਲ 'ਚ ਜ਼ਰੂਰ ਜਾਣਨਾ ਚਾਹੇਗੀ ਕਿ ਜੋ ਇਹ ਗਤੀਵਿਧੀਆਂ ਹੋ ਰਹੀਆਂ ਨੇ ਜਾਂ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹਨਾਂ ਨੂੰ ਕੋਈ ਬੂਰ ਪੈ ਵੀ ਸਕਦਾ ਜਾਂ ਇਹ ਅਜਾਈ ਇੱਕ ਜਿਹੜੀ ਐਕਸਰਸਾਈਜ਼ ਹੈ ਇੱਕ ਰਾਜਨੀਤਿਕ। ਦੇਖੋ ਨੀਰਪਿੰਦਰ ਜੀ, ਇੱਥੇ ਨਾ ਬੜੇ ਚਾਂਸ ਆਏ, ਬਰਗਾੜੀ ਆਇਆ, ਗੁਰਬਖਸ਼ ਸਿੰਘ ਆਇਆ, ਸੂਰ ਸਿੰਘ ਆਇਆ ਜੀ, ਮੇਰੇ ਤੇ ਬੜਾ ਪ੍ਰਭਾਵ ਪਿਆ। ਤੁਸੀਂ ਕਿਉਂ ਨਹੀਂ ਜਾਂਦੇ ਉੱਥੇ? ਅੱਜ ਵੀ ਮੈਨੂੰ ਬਹੁਤ ਰਾਹ ਕਹਿੰਦੇ ਤੁਸੀਂ ਨਹੀਂ ਮੀਟਿੰਗ 'ਚ ਗਏ। ਮੈਨੂੰ ਲੱਗਦਾ ਹੈ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਕੋਈ ਨਿਕਲਣਾ ਨਹੀਂ, ਤਾਂ ਮੈਂ ਘੱਟੋ ਘੱਟ ਉਹਨਾਂ ਦੀ ਮੁਖਾਲਫਤ ਵੀ ਨਹੀਂ ਕੀਤੀ, ਨਾ ਬਰਗਾੜੀ ਦੀ, ਨਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ, ਨਾ ਸੂਰ ਸਿੰਘ ਦੀ ਭੁੱਖ ਹੜਤਾਲ ਦੀ, ਨਾ ਕਿਸੇ ਹੋਰ ਇਹੋ ਜਿਹੇ ਮਸਲੇ ਦੀ। ਪਰ ਮੈਂ ਆਪ ਨਹੀਂ ਗਿਆ ਜੀ। ਗੁਰਬਖਸ਼ ਸਿੰਘ ਨੇ ਇੱਥੇ ਭੁੱਖ ਹੜਤਾਲ ਕੀਤੀ, ਮੇਰੇ ਤੇ ਬੜਾ ਪ੍ਰਭਾਵ ਪਿਆ, ਜਾਓ ਜੀ ਜਾਓ ਜੀ। ਮੈਂ ਕਿਹਾ ਜੀ ਮੈਂ ਨਹੀਂ ਜਾਣਾ। ਮੈਨੂੰ ਪਤਾ ਸੀ ਕਿ ਇਹ ਗੱਲ ਸਿਰੇ ਨਹੀਂ ਲੱਗਣੀ, ਇਹ ਬੰਦਾ ਇੰਨਾ ਸਥਿਰ ਨਹੀਂ, ਇਹ ਹਲਕਾ ਬੰਦਾ ਹੈ, ਇਹ ਖਾਈ ਵੀ ਜਾਂਦਾ ਹੈ।
ਤੇ ਲੋਕਾਂ ਨੂੰ ਗੁੰਮਰਾਹ ਵੀ ਕਰੀ ਜਾਂਦਾ, ਪਰ ਇਹ 'ਚੋਂ ਸਾਡੀ ਗੱਲ ਨਿਕਲਣੀ ਨਹੀਂ। ਜਿੰਨੀ ਦੇਰ ਅੱਖਾਂ ਅੰਦਰ ਨਾ ਜਾਣ ਭੁੱਖ ਨਾਲ, ਉਨੀ ਦੇਰ ਕਿਸੇ ਵੀ ਸਰਕਾਰ ਨੂੰ ਚਿੰਤਾ ਨਹੀਂ ਹੁੰਦੀ ਵੀ ਇਹ ਮਰਨ ਲੱਗਾ ਤੇ ਅਸੀਂ ਕੁਝ ਕਰੀਏ। ਇਹ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਕੀਤੀ ਤੇ ਬਾਦਲ ਦੀ ਸਰਕਾਰ, ਦਿੱਲੀ ਕਮੇਟੀ ਦੇ ਵਿੱਚ ਪ੍ਰਧਾਨ ਸੀ ਬਾਦਲ ਸਾਹਿਬ ਦਾ ਮਨਜੀਤ ਸਿੰਘ ਜੀਕੇ, ਇਹਨਾਂ ਨੇ ਉਹਨੂੰ ਉਠਾਉਣ ਲਈ ਕੀ ਸਕੀਮ ਕੀਤੀ। ਹਾਲਾਂਕਿ ਮੈਂ ਉਹਨੂੰ ਮਤਲਬ ਸਪੋਰਟ ਨਹੀਂ ਕੀਤੀ, ਪਰ ਉਹ ਬੰਦੀ ਸਿੰਘਾਂ ਦੇ ਰਿਹਾਈ ਲਈ ਤੇ ਬੈਠਾ ਸੀ। ਇਹਨਾਂ ਨੇ ਉਹਨੂੰ ਉਠਾਉਣ ਲਈ ਜੀਕੇ ਨੂੰ ਭੇਜਿਆ। ਜੀਕੇ ਨੇ ਉਹਨੂੰ ਇੱਕ ਤੇ ਕਾਰ ਦਿੱਤੀ, ਇਨੋਵਾ ਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਚੋਂ, ਅੰਮ੍ਰਿਤਸਰ ਦਿੱਲੀੋਂ। ਇੱਕ ਉਹਦੇ ਬੇਟੇ ਨੂੰ ਨੌਕਰੀ ਦਿੱਤੀ, ਉਹਨੂੰ ਉਠਾਤਾ। ਅੱਜ ਉਹੀ ਜੀਕੇ ਤੇ ਉਹੀ ਬਾਦਲ ਇਕੱਠੇ ਬੈਠੇ। ਉਦੋਂ ਉਹਨਾਂ ਨੇ ਬੰਦੀ ਸਿੰਘਾਂ ਨੂੰ ਛਡਾਉਣ ਵਾਲੇ ਨੂੰ ਉਠਾਉਣ ਲਈ ਭੁੱਖ ਹੜਤਾਲ ਤੋਂ ਇਹ ਕਾਰਾ ਕੀਤਾ। ਅੱਜ ਪਤਾ ਨਹੀਂ ਕਿਸ ਤਰ੍ਹਾਂ ਇਹ ਕਰਨਗੇ, ਕੀ ਕਰਨਗੇ, ਮੈਨੂੰ ਸਮਝ ਨਹੀਂ ਆਉਂਦੀ। ਤਾਂ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਲੈ ਲਓ ਅੱਜ ਤੁਸੀਂ। ਕੱਲ੍ਹ ਤੱਕ ਇਹ ਚੇਅਰਮੈਨ ਸੀ ਉਸ ਕਮੇਟੀ ਦਾ, ਜਿਸ ਕਮੇਟੀ ਨੇ 328 ਸਰੂਪਾਂ ਦੀ ਜਿਹੜੀ ਰਿਪੋਰਟ ਆਈ ਸੀ ਉੱਤੇ ਕੰਮ ਕਰਨਾ ਸੀ। ਪ੍ਰੈਸ ਕਾਨਫਰੰਸ ਕਰਕੇ ਇਹਨੂੰ ਕੱਢ ਦਿੱਤਾ, ਇਹਨੂੰ ਛੱਡ ਦਿੱਤਾ, ਇਹਨੂੰ ਜੁਰਮਾਨਾ, ਉਹਨੂੰ ਜੁਰਮਾਨਾ, ਤੇ ਕੋਹਲੀ ਦੀ ਤਨਖਾਹ ਜਿਹੜੀ 8 ਲੱਖ ਲੈਂਦਾ ਉਹ ਤਾਂ 70% ਵਸੂਲਿਆ ਜਾਊਗਾ। ਚੇਅਰਮੈਨ ਧਾਮੀ ਸਾਹਿਬ, ਉਹ ਵਸੂਲਿਆ ਸਾਰਾ ਕੁਛ। ਕਿਸੇ ਨੂੰ ਸਜ਼ਾ ਦਿੱਤੀ ਜਾਂ ਸੰਗਤ ਨੂੰ ਦੱਸਿਆ ਕਿ 328 ਸਰੂਪ ਕਿਸ ਆਈਡੀ ਤੇ ਕਿੱਥੇ ਗਏ ਨੇ, ਕਿਹਦੇ ਹੁਕਮ ਨਾਲ ਗਏ ਨੇ, ਸਾਨੂੰ ਦੱਸਿਆ, ਕਲੀਅਰ ਕੀਤਾ। ਉਹ 'ਚ ਇਹ ਦੋਸ਼ੀ ਆ, ਇਹ ਜਿਹੜਾ ਗਿਆਨੀ ਆ ਹਰਪ੍ਰੀਤ ਸਿੰਘ, ਤੇ ਨਾਲ ਇਹ ਪ੍ਰਧਾਨ। ਅੱਜ ਇਹ ਜਿਹੜਾ ਪ੍ਰਧਾਨ ਆ ਪ੍ਰਬੰਧਕ ਕਮੇਟੀ ਦਾ, ਇਹ ਪ੍ਰਬੰਧਕ ਕਮੇਟੀ ਦਾ ਉਸ ਦਾ ਪ੍ਰਧਾਨ ਹੈ ਜਿਹਦਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ, ਜਿਹਨੂੰ ਚੁਣਨ ਦਾ ਅਧਿਕਾਰ ਆ, ਤੇ ਉਹ ਨਾਂ ਦਿੰਦੇ ਆ ਤੇ ਉਹ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਬਣਦਾ। ਉਹ ਚੇਅਰਮੈਨ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਤੇ ਲੜ ਰਿਹਾ CBI ਵੱਲੋਂ ਕੇਸ, ਤੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਨੂੰ ਛਡਾਉਣ ਜਾ ਰਹੇ। ਅਸੀਂ ਕਿੱਦਾਂ ਯਕੀਨ ਕਰੀਏ? ਇੱਕ ਤੋਂ ਬਾਅਦ ਇੱਕ ਇੰਨੀਆਂ ਗਲਤੀਆਂ ਕੀਤੀਆਂ, ਇੰਨੀ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਪਾਪ ਕੀਤੇ ਜਿਹੜੇ ਸਿੱਖ ਬੱਚਿਆਂ ਦੇ ਨਾਲ ਘਾਣ ਕਰਕੇ, ਉਹਨਾਂ ਦਾ ਤਮਾਸ਼ਾ ਦੇਖ ਕੇ। ਤਾਂ ਅੱਜ ਤੁਹਾਡੇ ਜਦੋਂ ਪੱਲੇ ਕੁਛ ਨਹੀਂ ਰਿਹਾ, ਤੁਹਾਨੂੰ ਕੋਈ ਦਿੱਲੀ ਨਹੀਂ ਵੜਨ ਦਿੰਦਾ, ਤੁਹਾਡੇ ਮਕਾਨ ਖਾਲੀ ਕਰਵਾ ਲਏ ਸਰਕਾਰ ਨੇ, ਅੱਜ ਉਹ ਤੁਹਾਡੀ ਗੱਲ ਮੰਨੂਗੀ? ਇਹ ਜਿਹੜਾ ਨਾ, ਇਹ ਕੋਈ ਜੱਜਦੀ ਨਹੀਂ ਗੱਲ। ਇਹ ਜਿਹੜਾ ਜਿਸ ਸਟੇਜ ਤੇ ਇਹ ਕੇਸ ਆ ਚੁੱਕੇ ਨੇ, ਇਹਦੇ ਲਈ ਸੁਪਰੀਮ ਕੋਰਟ ਇੱਕ ਵਧੀਆ ਹੱਲ ਆ। ਤੇ ਸੁਪਰੀਮ ਕੋਰਟ ਨੇ ਬੜਾ ਸੋਹਣਾ ਪਿੱਛੇ ਜੇ ਡਿਸੀਜਨ ਦਿੱਤਾ ਕਿ 2 ਮਹੀਨਿਆਂ ਦਾ ਟਾਈਮ ਬਾਉਂਡ ਕਰਕੇ ਵੀ ਇਹਨਾਂ ਨੂੰ ਜਾਂ ਛੱਡੋ ਜਾਂ ਅਸੀਂ ਕੁਛ ਕਰਾਂਗੇ। ਉਹ ਮੌਕਾ ਦੇਣਾ ਚਾਹੀਦਾ। ਸੁਪਰੀਮ ਕੋਰਟ ਜਦੋਂ ਵਿੱਚ ਆ ਜਾਂਦਾ ਤੇ ਉਦੋਂ ਪੋਲਿਟਿਕਸ ਨਹੀਂ ਆਉਂਦੀ। ਤੁਹਾਨੂੰ ਕਿਤੇ, ਮੈਂ ਸੌਰੀ ਤੁਹਾਨੂੰ ਰੋਕ ਰਿਹਾ, ਤੁਹਾਨੂੰ ਲੱਗਦਾ ਨਹੀਂ ਕਿਤੇ ਕਿ ਸੁਪਰੀਮ ਕੋਰਟ ਦੀ ਜਜਮੈਂਟ ਹੈ? ਤੇ ਜਦੋਂ ਤੋਂ ਇਸ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ ਹੋਈਆਂ, ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਸੱਦੇ ਤੇ ਬਣੀ ਹੈ, ਤੇ ਉਹਨਾਂ ਦਿਨਾਂ 'ਚ ਹੀ ਰਾਜੀਵ ਗਾਂਧੀ ਹੱਤਿਆ ਕੇਸ ਦਾ ਇੱਕ ਬੰਦਾ ਵੀ ਛੱਡ ਦਿੱਤਾ ਗਿਆ ਹੈ। ਕੀ ਲੱਗਦਾ ਹੈ ਕਿ ਇਹ ਹੁਣ ਮੌਕਾ ਸਾਂਭਣ ਦੀ ਵੀ ਕੋਈ ਕੋਸ਼ਿਸ਼ ਹੋ ਰਹੀ ਹੈ ਕਿ ਦੇਖੋ, ਜਦੋਂ ਅਸੀਂ ਹੋ ਜਾਣਗੇ ਤੇ ਅਸੀਂ ਮੌਕਾ ਸਾਂਭ ਲਈਏ? ਜਦੋਂ ਅਸੀਂ ਮੌਕਾ ਸਾਂਭਦੇ ਹਾਂ ਉਦੋਂ ਹੀ ਤਾਂ ਗੜਬੜ ਹੁੰਦੀ ਆ। ਜਦੋਂ ਅਸੀਂ ਮੌਕਾ ਸਾਂਭਦੇ ਹਾਂ ਤਾਂ ਉਦੋਂ ਹਰੇਕ ਪਾਰਟੀ ਆਪਣੇ ਹਿੱਤ ਦੇਖਦੀ ਹੈ। ਉਦੋਂ ਭਾਜਪਾ ਨੇ ਆਪਣੇ ਦੇਖਣੇ ਆ, ਉਦੋਂ ਕਾਂਗਰਸ ਨੇ ਆਪਣੇ ਦੇਖਣੇ ਆ। ਕਾਂਗਰਸ ਨੂੰ ਮੁੱਦਾ ਮਿਲ ਜਾਂਦਾ, ਭਾਜਪਾ ਦੀ ਵਿਰੋਧਤਾ ਹੋਣ ਲੱਗ ਪੈਂਦੀ, ਉਹਦੀ ਵੋਟ ਜਾਂਦੀ ਆ। ਤੇ ਸਾਨੂੰ ਇਹ ਲਾਲਚ ਹੋਵੇ ਵੀ ਅਸੀਂ ਆਪਣਾ ਨਾਂ ਬਣਾ ਲਈਏ ਵੀ ਅਸੀਂ ਛਡਾਇਆ, ਤੇ ਇਹ ਗੱਲਾਂ ਕਿਤੇ ਨਾ ਕਿਤੇ ਕੈਦੀ ਦੇ ਨਾਲ ਨੁਕਸਾਨ ਪਹੁੰਚਾ ਸਕਦੀਆਂ, ਜਿਵੇਂ ਅੱਜ ਤੱਕ ਪਹੁੰਚਦਾ ਆਇਆ ਜੀ। ਵੀ ਅੱਜ ਜਿਹੜੀ ਮੂਵਮੈਂਟ ਇਹ ਖੜੀ ਕਰ ਰਿਹਾ, ਇਹ ਬਰਗਾੜੀ ਦੇ ਵਿੱਚ ਸਾਰਾ ਪੰਜਾਬ ਹੀ ਉੱਥੇ ਬਹਿ ਗਿਆ ਸੀ। ਉਦੋਂ ਵੱਡੀ ਹੋ ਗਈ ਹੈ, ਫਿਰ ਉਦੋਂ ਛੁੱਟ ਗਏ, ਉਦੋਂ ਨੁਕਸਾਨ ਹੋਇਆ ਜੀ। ਅੱਜ ਵੀ ਜਿਹੜੀ ਜਿਸ ਤਰ੍ਹਾਂ ਹੁਣ ਰਾਜੀਵ ਗਾਂਧੀ ਦੇ ਕਾਤਲ ਛੁੱਟੇ ਨੇ, ਉਹਨਾਂ ਨੇ ਜਿਹੜਾ ਜਸਟਿਸ ਨੇ ਛੱਡੇ ਨੇ, ਤੋ ਜਸਟਿਸ ਨੇ ਛੱਡੇ ਨੇ, ਤੇ ਰਾਜੀਵ ਗਾਂਧੀ ਦਾ ਪਰਿਵਾਰ ਉੱਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਜੇ ਕਰੂਗਾ ਤੇ ਉਹ ਲੋਕਾਂ ਦੀ ਨਿਗਾਹ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਹੋਊਗੀ। ਤੇ ਜਦੋਂ ਤੁਸੀਂ ਸਰਕਾਰ ਇਹ ਚਾਹਵੇ ਕਿ ਅਸੀਂ ਛੱਡੀਏ, ਤੇ ਉਦੋਂ ਪਾਰਟੀ ਪੋਲਿਟਿਕਸ ਜਿਹੜੀ ਆ ਉਹ ਉੱਠ ਪੈਂਦੀ ਆ, ਤੇ ਉਹ ਕੈਦੀਆਂ ਲਈ ਨੁਕਸਾਨਦੇਹ ਹੁੰਦੀ ਹੈ। ਬਿਲਕੁਲ, ਜਿਵੇਂ ਤੁਹਾਡੇ ਕੇਸ 'ਚ ਹੋਇਆ, ਜਦੋਂ ਤੁਹਾਨੂੰ ਰਿਹਾ ਕੀਤਾ ਤਾਂ ਕੋਈ ਕਿੰਤੂ ਪ੍ਰੰਤੂ ਕਿਸੇ ਵੱਲ ਤੇ ਨਾ ਹੀ ਨਿਰੰਕਾਰੀ ਮੁਖੀ ਦੇ ਪਰਿਵਾਰ ਵੱਲੋਂ ਹੋ ਸਕਦਾ ਸੀ, ਤੇ ਨਾ ਹੀ ਮੌਕੇ ਜਿਹੜੇ
ਹੋਰ ਧਿਰਾਂ ਨੇ ਮੇਰੇ ਤੇ ਇੱਕ ਨਾ ਜਿਹੜਾ ਲੋਕਾਂ 'ਚ ਬੜੀ ਚਰਚਾ ਜੀ ਇਹਨੂੰ ਜਥੇਦਾਰ ਬਣਾਇਆ ਤੇ ਤਾਂ ਛੱਡ ਦਿੱਤਾ, ਇਹ ਬਿਲਕੁਲ ਝੂਠ ਆ। 90 'ਚ ਤੇ ਮੈਨੂੰ ਜਥੇਦਾਰ ਬਣਾਉਣ ਡਿਆ ਤੇ 93 ਦੇ ਵਿੱਚ ਮੈਨੂੰ 3 ਉਮਰ ਕੈਦਾਂ ਹੋਣ ਡਈਆਂ। ਮੈਨੂੰ ਕਿੱਦਾਂ ਛੱਡਤਾ? ਮੈਨੂੰ ਛੱਡਿਆ ਸੁਪਰੀਮ ਕੋਰਟ ਨੇ ਜਦੋਂ ਹਾਈ ਕੋਰਟ ਨੂੰ ਉਹਨਾਂ ਟਾਈਮ ਬਾਉਂਡ ਕੀਤਾ ਕਿ ਰਣਜੀਤ ਸਿੰਘ ਨੂੰ 13 ਸਾਲ ਜੇਲ੍ਹ 'ਚ ਹੋ ਚੁੱਕੇ ਆ, 14 ਸਾਲ ਟੋਟਲ ਹੁੰਦੇ, ਸਧਾਰਨ ਉਮਰ ਕੈਦ ਆ। ਇਹਦਾ ਫੈਸਲਾ ਜਾਂ ਤੇ 11 ਅਕਤੂਬਰ ਤੱਕ ਕਰ ਦਿੱਤਾ ਜਾਵੇ, 96 ਤੱਕ, ਨਹੀਂ ਤੇ 12 ਅਕਤੂਬਰ 96 ਨੂੰ ਇਹਨੂੰ ਬੇਲ ਦੇ ਦਿੱਤੀ ਜਾਵੇ। ਮੈਨੂੰ ਜਿਹੜੀ ਜੱਜਾਂ ਨੇ ਬੇਲ ਦਿੱਤੀ ਆ ਉਹ ਵੀ ਸੀਕਰਟ ਰੱਖ ਕੇ ਦਿੱਤੀ, ਛੁੱਟੀ ਵਾਲੇ ਦਿਨ ਮੈਨੂੰ ਛੱਡਿਆ ਵੀ ਇਹ ਪੋਲੀਟਿਕਸ ਨੂੰ ਨਾ ਪਤਾ ਲੱਗੇ। ਤੋ ਅਸੀਂ ਜਦੋਂ ਬਾਹਰ ਆਏ ਤਾਂ ਕਿਸੇ ਸਿਆਸੀ ਲੀਡਰ ਨੂੰ ਪਤਾ ਨਹੀਂ ਸੀ ਵੀ ਇਹ ਅੱਜ ਆ ਗਿਆ ਬਾਹਰ। ਤੋ ਇਹ ਸਾਡੇ ਦੇਸ਼ ਦੀ ਰਾਜਨੀਤੀ ਇਸ ਤਰ੍ਹਾਂ ਦੀ ਆ ਵੀ ਇਹਦੇ ਵਿੱਚ ਬਹੁਤ ਕੁਝ ਵਾਚਣਾ ਪੈਂਦਾ। ਮੈਂ ਤੇ ਇਹੀ ਚਾਹੁੰਦਾ ਹੈ ਕਿ ਸਾਡੇ ਜਿਹੜੇ ਸਿੱਖ ਬੰਦੀ ਨੇ ਉਹਨਾਂ ਦੇ ਪਰਛਾਵਾਂ ਮਾੜਾ ਨਾ ਪਵੇ, ਉਹਨਾਂ ਦਾ ਇੱਕ ਦਿਨ ਜਿਹੜਾ ਉਹ ਕੀਮਤੀ ਆ ਤੇ ਸਾਡੇ ਲਈ ਸੋਚਣ ਦਾ ਵਿਸ਼ਾ। ਪਰ ਜੇ ਸਾਡੇ 'ਚ ਇਮਾਨਦਾਰੀ ਹੈ ਤਾਂ ਅਸੀਂ ਆਪਣੀ ਸਿਆਸਤ ਨੂੰ ਪਿੱਛੇ। ਪਹਿਲੀ ਗੱਲ ਤਾਂ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਲਗਾਤਾਰ ਇਸਨੇ ਬੰਦੀ ਸਿੰਘਾਂ ਦੇ ਨਾਲ ਧਰੋਹ ਕਮਾਇਆ, ਬੱਚਿਆਂ ਨਾਲ ਧਰੋਹ ਕਮਾਇਆ, ਜਿਹੜੇ ਮਰ ਗਏ ਉਹਨਾਂ ਦਾ ਜਸਟਿਸ ਨਹੀਂ ਹੋਣ ਦਿੱਤਾ। ਇਹਨੂੰ ਚਾਹੀਦਾ ਸੀ ਹੁਣ ਹੱਥ ਜੋੜ ਕੇ ਪਿੱਛੇ ਹੋ ਜਾਂਦਾ, ਜਦੋਂ ਇਹਦੇ ਪੱਲੇ ਕੁਛ ਨਹੀਂ ਰਿਹਾ ਇਹ ਹੱਥ ਜੋੜ ਕੇ ਪਿੱਛੇ ਹੋ ਜਾਂਦਾ ਵੀ ਸਾਧ ਸੰਗਤ ਜੀ ਮੈਨੂੰ ਦਿਓ ਮਾਫੀ ਤੇ ਆਪਣਾ ਪੰਥ ਜਿਹੜਾ ਨਵਾਂ ਲੀਡਰਸ਼ਿਪ ਚੁਣੇ। ਅਕਾਲੀ ਦਲ ਤੋਂ ਵੀ ਕੋਈ ਸਾਹ ਮਿਲਦਾ, ਅਕਾਲ ਤਖਤ ਨੂੰ ਮਿਲਦਾ, ਪ੍ਰਬੰਧਕ ਕਮੇਟੀ ਨੂੰ ਮਿਲਦਾ, ਕੋਈ ਨਵੀਂ ਗੱਲ ਹੁੰਦੀ। ਜਦੋਂ ਇਸ ਪਰਿਵਾਰ ਨੇ ਸਹੁੰ ਖਾਧੀ ਆ ਕਿ ਅਸੀਂ ਰਹਿਣਾ ਤਾਂ ਕੋਈ ਨਾ ਕੋਈ ਗੇਮ ਖੇਡਣਗੇ, ਉਹ ਗੇਮ ਦੇ ਵਿੱਚ ਅਸੀਂ ਆ ਜਾਈਏ ਤਾਂ ਸਾਡੀ ਕਾਹਦੀ ਸਿਆਣਪ ਹੈ? ਜੀ 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 ਬਿਲਕੁਲ। ਬਿਨਾਂ ਪੁੱਛੇ ਸਵਾਲ ਦਾ ਵੀ ਜਵਾਬ ਸਿੰਘ ਸਾਹਿਬ ਦੇ ਗਏ ਨੇ ਕਿ ਮੈਂ ਸ਼ਾਇਦ ਇਹ ਸਵਾਲ ਕਰਦਾ ਕਿ ਤੁਹਾਡੇ ਵਰਗੇ ਸੱਜਣ ਅੱਗੇ ਨਹੀਂ ਆਉਂਦੇ ਤਾਂ ਕਰਕੇ ਲੀਡਰਸ਼ਿਪ ਨਹੀਂ ਮਿਲਦੀ, ਤਾਂ ਸਵਾਲ ਦਾ ਜਵਾਬ ਇਹਨਾਂ ਨੇ ਬਿਨਾਂ ਪੁੱਛੇ ਹੀ ਦਿੱਤਾ ਕਿ ਜਦੋਂ ਤੱਕ ਉਹ ਲੋਕ ਅੱਗੇ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਨੇ ਕਿਹਾ ਕਿ ਉਹ ਕਦੋਂ ਕਿਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਲਈ ਦੂਜੇ ਪਾਸਿਓਂ ਜ਼ਿੰਮੇਵਾਰ ਰਹੇ ਨੇ, ਯਾਨੀ ਕਿ ਦੂਜੇ ਪਾਲੇ 'ਚ ਖੜੇ ਦਿਖੇ ਨੇ। ਸਭ ਤੋਂ ਵੱਡੀ ਗੱਲ ਅਸੀਂ ਗੱਲ ਜਿਹੜੀ ਸ਼ਸਤਰਾਂ ਨਾਲ ਜੋੜ ਕੇ ਸ਼ੁਰੂ ਕੀਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣਾ ਚਾਹੀਦਾ ਹੈ, ਨਾ ਤਾਂ ਉਹ ਗੱਲ ਰੱਦ ਕੀਤੀ ਹੈ ਤੇ ਨਾ ਹੀ ਉਸ ਨੂੰ ਪ੍ਰੋੜਤਾ ਦਿੱਤੀ ਹੈ। ਪਰ ਇਹ ਗੱਲ ਜਿਹੜੀ ਬੜੀ ਨਿੱਗਰ ਹੈ ਕਿ ਸ਼ਸਤਰ ਤੇ ਸ਼ਾਸਤਰ ਦੋਵਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਸਿੱਖ ਵਾਸਤੇ, ਖਾਸ ਕਰ ਜਾਂ ਹਰੇਕ ਵਿਅਕਤੀ ਵਾਸਤੇ। ਦੂਜੀ ਗੱਲ, ਜੇਕਰ ਸ਼ਸਤਰ ਧਾਰਨੀ ਹੋਣਾ ਹੈ ਤਾਂ ਉਸ ਵਾਸਤੇ ਫਿਰ ਲਾਇਸੈਂਸ ਬਹੁਤ ਏਡਾ ਜ਼ਰੂਰੀ ਨਹੀਂ ਹੈ। ਉਹ ਬੰਦੇ ਦੀ ਮਾਤੀ ਇੰਨੀ, ਬੰਦੇ ਦੀ ਸੋਝੀ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਲਾਇਸੈਂਸੀ ਹਥਿਆਰ ਤੋਂ ਵੀ ਉੱਤੇ ਹਥਿਆਰ ਜਿਹੜਾ ਸਾਬਤ ਹੋਵੇ। ਇਹ ਮੇਰੇ ਖਿਆਲ 'ਚ ਪ੍ਰਾਪਤੀ ਹੈ ਸਾਡੀ ਇਸ ਗੱਲਬਾਤ ਦੀ। ਮੈਨੂੰ ਪੂਰੀ ਉਮੀਦ ਹੈ ਕਿ ਇਸ ਗੱਲਬਾਤ 'ਚੋਂ ਜ਼ਰੂਰ ਕੋਈ ਨਾ ਕੋਈ ਨਤਾਰਾ ਨਿਕਲਿਆ ਹੋਵੇਗਾ ਜੋ 5-6 ਦਿਨਾਂ ਦਾ ਇਹ ਇੱਕ ਭਰਮ ਭੁਲੇਖਾ ਜਾਂ ਚਰਚਾਵਾਂ ਚੱਲ ਰਹੀਆਂ ਨੇ ਇਸ ਮੁੱਦੇ ਨੂੰ ਲੈ। ਅਸੀਂ ਅੱਜ ਦੇਖ ਰਹੇ ਸਾਡੇ ਸਮਾਜ 'ਚ ਜਿਹੜੇ ਮਰਡਰ ਹੁੰਦੇ ਨੇ ਜਾਂ ਕੋਈ ਮੁਕਾਬਲੇ ਹੁੰਦੇ ਨੇ ਜਾਂ ਆਪਣੀ ਸੁਰੱਖਿਆ ਹੁੰਦੀ ਆ, ਉਹ ਕੇਵਲ ਗੋਲੀ ਨਾਲ ਹੁੰਦੀ ਹੈ। ਬਹੁਤ ਤਰੀਕੇ ਸ੍ਰੀ ਸਾਹਿਬ ਸੁਰੱਖਿਆ, ਇਹ ਸਾਡੇ ਗਾਤਰੇ ਸ੍ਰੀ ਸਾਹਿਬ ਆ, ਇਹ ਵੀ ਸ਼ਸਤਰ ਆ। ਅਸੀਂ 3 ਫੁੱਟੀ ਹੱਥ 'ਚ ਫੜ ਲਈ, ਉਹ ਵੀ ਸ਼ਸਤਰ ਆ। ਬਰਛਾ ਰੱਖ ਲਈ, ਉਹ ਵੀ ਸ਼ਸਤਰ ਆ। ਤੋ ਸਾਨੂੰ ਗੁਰੂ ਸਾਹਿਬ ਨੇ ਸ਼ੁਰੂ ਤੋਂ ਇਹ ਨਹੀਂ ਕਦੀ ਕਿਹਾ ਵੀ ਗੋਲੀ ਰੱਖੋ, ਪਿਸਟਲ ਰੱਖੋ ਤੇ ਲਾਇਸੈਂਸ ਮੁਗਲਾਂ ਕੋਲੋਂ ਲਓ। ਤੋ ਇਹ ਸਾਡੇ ਜਿਹੜੇ ਕਿਤੇ ਕੇਸਾਂ 'ਚ ਘਿਰੇ ਹੋਏ ਬੰਦੇ ਨੇ ਉਹਨਾਂ ਨੂੰ ਪੁੱਛੋ ਵੀ ਲਾਇਸੈਂਸ ਦੀ ਕੀਮਤ ਕੀ ਹੁੰਦੀ, ਤਾਰਨੀ ਪੈਂਦੀ ਹੈ। ਤਾਰਨੀ ਪੈਂਦੀ ਬਿਲਕੁਲ। ਕਹਿੰਦੇ ਨਹੀਂ ਹੁੰਦੇ ਕਿ ਇਹ ਲਾਇਸੈਂਸ ਦਾ ਹਥਿਆਰ ਮੈਂ ਲੈ ਲਿਆ, ਇਹਦੇ ਨਾਲ ਕਿੰਨੇ ਦਾ ਪਿਆ ਜੀ? ਕਹਿੰਦਾ ਮੈਨੂੰ 10 ਕਿੱਲਿਆਂ 'ਚ ਪਿਆ। ਕਹਿੰਦਾ ਕਿਵੇਂ? ਕਹਿੰਦਾ ਮੈਂ ਚਲਾਇਆ ਸੀ, ਉਹ ਬੰਦਾ ਮਰ ਗਿਆ ਤੇ ਉਹ ਕੇਸ 'ਚ ਮੇਰੇ 10 ਕਿੱਲੇ ਲੱਗ ਗਏ। ਤੇ ਲਾਇਸੈਂਸ ਜਿਹੜਾ ਸਾਬਤ ਕਰ ਦਿੰਦਾ ਵੀ ਇਸੇ ਪਿਸਟਲ 'ਚੋਂ ਆ ਗੋਲੀ ਨਿਕਲੀ। ਹਾਂਜੀ, ਗੱਲ ਹੋਰ ਪਾਸੇ ਨਾਲ ਜਾਂਦੇ ਹੋਏ ਅਸੀਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।